बनवा हम अब गुण भरे एक गुण नाहीं, अमृत छाड़ बिखे बिख खाई सुतदारा सो प्रीत लगाई। एक उत्तम पंथ सुनियो गुर संगत, एक उत्तम पंथ सुनियो गुर संगत, त्रेह मिलंत जमत्रास मटाई एक अरदास, एक अरदास पाठ कीरत की गुरु रामदास रखो शरणाई। मर भी ना जानिया कोई ऐसी मरनी जो मरे, ऐसी मरनी जो मरे बहुर ना मरना होए। बोलो सतनाम श्री वाहेगुरु जी।
ਚਾਲਿਆ ਜਾਵਾਂ ਕੁਰਬਾਨ ਤੈਥੋਂ ਬਾਜਾਂ ਵਾਲਿਆ ਜਾਵਾਂ ਕੁਰਬਾਨ ਮਾਹੀ ਨੀਲੇ ਵਾਲਿਆ जमाना औरंगे जालम दे हथों आया तंग जमाना ओ पिता थोरिया दिल्ली नू सी बन शहीदी गाना पिता थोरिया दिल्ली नू सी बन शहीदी गाना भार सिर ते उठा लिया जावां कुर्बान तैथों बाजां वालिया जावां कुर्बान माही नीले वालिया रात कहर दी आई सरसा नदी दे कंढे दाता रात कहर दी आई माता पिता ते पुत्र विछड़े भाइयां नाल भाई माता पिता ते पुत्र विछड़े भाइयां नालों भाई टिंड दा सराणा टिंड दा सराणा सीस थले ला लिया जावां कुर्बान तैथों बाजां वालिया जावां कुर्बान माही नीले वालिया चमकार दी तुर पे सतगुरु कलगियां वाले हमार चमकौर दी धरती आखे ते मैनू एक ही खेल रचा चले सड़ती रहांगी उम्र पर इस अंदर ते जेड़ी अग सीने विच ला चले मैनू दस खो जागणगे कदों साहिबा ते जेड़े लाल दो विच सवाल चले माछीवाड़े विच सुत्तिया जागता सही एक ही सोनिया खेल रचा बैठो वाग नीले दी किधर नू मोड़
ਕੇ ਤੇ ਚਿੱਟਾ ਬਾਜ ਵੀ ਹੱਥੋਂ ਡਾ ਬੈਠੋ ਨਾ ਮਾਤ ਪਿਆਰੀ ਨਾ ਲਾਲ ਚਾਰੇ ਤੇ ਪੰਜ ਪਿਆਰੇ ਵੀ ਦਿਲੋਂ ਭੁਲਾ ਬੈਠੋ ਤਖਤ ਛੱਡ ਕੇ ਪੁਰੀ ਆਨੰਦ ਵਾਲਾ ਤੇ ਡੇਰੇ ਜੰਗਲਾਂ ਦੇ ਵਿੱਚ ਲਾ ਬੈਠੋ ਸਤਿਗੁਰੂ ਕਲਗੀਆਂ ਵਾਲੇ ਓ ਛੱਡ ਗੜੀ ਚਮਕੌਰ ਦੀ ਤੁਰ ਪਏ ਸਤਿਗੁਰ ਕਲਗੀਆਂ ਵਾਲੇ ਓ ਯਾਰ ਥੱਥਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ ਯਾਰ ਸਤਰ ਦਾ ਕਹਿ ਕੇ ਪੈ ਗਏ ਪੈਰਾਂ ਦੇ ਵਿੱਚ ਛਾਲੇ ਦੁਖੀਆਂ ਦਾ ਭਾਰ ਸਿਰ ਤੇ ਉਠਾ ਲਿਆ ਜਾਵਾਂ ਕੁਰਬਾਨ ਤੈਥੋਂ ਬਾਜਾਂ ਵਾਲਿਆ ਜਾਵਾਂ ਕੁਰਬਾਨ ਮਾਹੀ ਨੀਲੇ ਵਾਲਿਆ ਹੱਸ ਕੇ ਦੁਖੜੇ ਜਰ ਗਏ ਓ ਭਜਨ ਸਿੰਘ ਚੰਗਿਆੜਾ ਆਖੇ ਹੱਸ ਕੇ ਦੁਖੜੇ ਜਰ ਗਏ ਓ ਸਤਨਾਮ ਚੰਨ ਗੁਰਮੁਖ ਬਣ ਕੇ ਚਰਨੀ ਲੱਗ ਕੇ ਤਰ ਗਏ ਸਤਨਾਮ ਚੰਨ ਗੁਰਮੁਖ ਬਣ ਕੇ ਚਰਨੀ ਲੱਗ ਕੇ ਤਰ ਗਏ ਓ ਜਗ ਨਾਲੋਂ ਤੇਰੀ ਵੱਖਰੀ ਮਸਾਲਿਆ ਜਾਵਾਂ ਕੁਰਬਾਨ ਤੈਥੋਂ ਬਾਜਾਂ ਵਾਲਿਆ ਜਾਵਾਂ ਕੁਰਬਾਨ ਮਾਹੀ ਨੀਲੇ ਵਾਲਿਆ ਨਾਨਕ ਗੁਰੂ ਦੇ ਨੈਣਾ ਤੇ ਨੂਰ ਸਿੱਖਾ ਸਦਾ ਲਈ ਇਹ ਦੁਨੀਆ ਆਬਾਦ ਤੇਰੀ ਨਾ ਘਬਰਾ ਪਚਾਲਾਂ ਨੂੰ ਵੇਖ ਕੇ ਤੂੰ ਹੋਣੀ ਕਦੇ ਨਿਸ਼ਾਨ ਬਰਬਾਦ ਤੇਰੀ ਤਾਰਾ ਤੂੰ ਦਸ਼ਮੇਸ਼ ਦੀ ਅੱਖ ਦਾ ਏ ਸੂਰਜ ਝੱਲ ਨਹੀਂ ਸਕਦਾ ਤਾਬ ਤੇਰੀ ਜੋਰਾਵਰ ਤੇ ਫਤਿਹ ਦੇ ਸੀਸ ਉੱਤੇ ਰੱਖੀ ਆਸ਼ਕਾ ਗਈ ਬੁਨਿਆਦ ਤੇਰੀ ਤਤੀ ਤਵੀ ਤੇ ਬੈਠ ਕੇ ਕਿਸੇ ਭਵਰੇ ਕਰਨੀ ਦਸੀਏ ਸਬਰ ਦੀ ਜੰਗ ਤੈਨੂੰ ਕਿਸੇ ਚਾਂਦਨੀ ਚੌਂਕ ਦੇ ਵਿੱਚ ਬਹਿ ਕੇ ਮਰ ਕੇ ਜਿਉਣ ਦਾ ਦੱਸਿਆ ਢੰਗ ਤੈਨੂੰ ਮਸਤੀ ਲੱਥੀ ਨਾ ਤੇਰੀ ਮਸਤਾਨਿਆ ਹੋਏ ਦਿੱਤਾ ਸਮੇਂ ਨੇ ਸੂਲੀ ਤੇ ਟੰਗ ਤੈਨੂੰ ਜਿਉਂ-ਜਿਉਂ ਸੜੇ ਤੂੰ ਪੱਠੀਆਂ ਵਿੱਚ ਪੈ ਪੈ ਤਿਉਂ-ਤਿਉਂ ਚੜੇ ਪਰਵਾਨਿਆ ਰੰਗ ਤੈਨੂੰ ਦੁੱਖਾਂ ਤੇ ਨਾਗਾਂ ਦਾ ਖੌਫ ਕੀਏ ਤੇਰੇ ਕੋਲ ਸੁਖ ਮਣੀ ਦੀ ਮਣੀ ਸਿੱਖਾ ਤੈਨੂੰ ਦੁੱਖਾਂ ਤੇ ਨਾਗਾਂ ਦਾ ਖੌਫ ਕੀਏ ਤੇਰੇ ਕੋਲ ਸੁਖਮਣੀ ਦੀ ਮਣੀ ਸਿੱਖਾ ਸ਼ਾਂਤ ਰੱਖਦੀ ਜਿਹੜੀ ਅੰਗਿਆਰਿਆਂ ਤੇ ਤੇਰੇ ਕੋਲ ਇਨਾਮ ਦੀ ਕਣੀ ਸਿੱਖਾ ਪਤਤ ਪਾਵਨ ਕਿਰਪਾ ਨਿਦਾਨ ਦੀਨ ਦੁਨੀਆ ਦੇ ਰਹਿਬਰ ਵਾਲੀਏ ਕੁਲ ਆਲਮ ਸ੍ਰਿਸ਼ਟੀ ਦੇ ਰਚਨਹਾਰ ਸਤਿਗੁਰੂ ਹਾਜ਼ਰਾ ਹਜੂਰ ਸਤਿਗੁਰੂ ਯਾਹਰਾ ਜਹੂਰ ਸਤਿਗੁਰੂ ਕਾਇਮ ਦੈਮ ਸਦਾ ਪਾਤਸ਼ਾਹੀ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਮੁਕੱਦਸ ਗੋਦ ਅੰਦਰ ਰਲ ਮਿਲ ਬੈਠ ਕੇ ਸ਼ਹੀਦਾਂ ਦੇ ਪਾਵਨ ਦਿਹਾੜੇ ਨੂੰ ਮਨਾਉਣ ਵਾਸਤੇ ਇਕੱਤਰ ਹੋਈਆਂ ਗੁਰੂ ਕੀਆਂ ਸੰਗਤਾਂ ਆਓ ਸਾਰੇ ਮਨ ਬਿਰਤਿਆਂ ਨੂੰ ਇਕਾਗਰ ਕਰੋ ਸਤਿਗੁਰ ਦੇ ਚਰਨਾਂ ਦੇ ਅੰਦਰ ਸੀਸ ਝੁਕਾਓ ਬੁਲੰਦ ਆਵਾਜ਼ ਵਿੱਚ ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮਾੜਾ ਸਮਾਂ ਆਇਆ ਮੱਸੇ ਰੰਗੜ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆ ਕੇ ਕਾਬਜ ਹੋ ਗਏ। ਆ ਮੰਡਿਆਲੇ ਦੇ ਰਹਿਣ ਵਾਲਾ ਰੰਗੜਾਂ ਦਾ ਇਹ ਮੁੰਡਾ ਹੈ। ਜ਼ਕਰੀਆ ਖਾਨ ਨੇ ਇਹਨਾਂ ਚੌਧਰੀਆਂ ਨੂੰ ਹੋਕਾ ਦੇ ਕੇ ਇਹਨਾਂ ਨੂੰ ਹੁਕਮ ਦੇ ਕੇ ਭੇਜਿਆ ਦਰਬਾਰ ਸਾਹਿਬ ਤੇ ਆ ਕੇ ਕਾਬਜ ਹੁੰਦਾ। ਉਸ ਵੇਲੇ ਗੁਰੂ ਕਾ ਸਿੱਖ ਭਾਈ ਬਲਾਕਾ ਸਿੰਘ ਜਿਹਨੂੰ ਪਤਾ ਲੱਗਾ ਬੁੱਢੇ ਜੋੜ ਦੀ ਧਰਤੀ ਤੇ ਪਹੁੰਚਦਾ, ਬੁੱਢੇ ਜੋੜ ਦੀ ਧਰਤੀ ਤੇ ਜਾ ਕੇ ਉਸ ਵੇਲੇ ਇਹ ਸਿੱਖ ਜਿਹੜੇ ਬੁੱਢੇ ਜੋੜ ਦੀ ਧਰਤੀ ਤੇ ਬੀਕਾਨੇਰ ਦੇ ਜੰਗਲਾਂ ਵਿੱਚ ਬੈਠੇ ਸਨ, ਇਹਨਾਂ ਦਾ ਮੌਕੇ ਦਾ ਜਥੇਦਾਰ ਸੀ ਬਾਬਾ ਬੁੱਢਾ ਸਿੰਘ। ਬਾਬਾ ਬੁੱਢਾ ਸਿੰਘ ਨੂੰ ਦੱਸਿਆ ਗਿਆ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੋਈ ਬੇਅਦਬੀ ਬਾਰੇ ਸੁਣ ਕੇ ਗੁਰੂ ਕੇ ਸਿੱਖਾਂ ਦੇ ਹੱਥ ਸ਼ਮਸ਼ੀਰਾਂ ਦੇ ਮੁੱਠਿਆਂ ਤੇ ਚਲੇ ਗਏ। ਉਸ ਵੇਲੇ ਬਾਬੇ ਬੁੱਢਾ ਸਿੰਘ ਨੇ ਇੱਕ ਗੱਲ ਆਖੀ ਹੈ, ਕਹਿਣ ਲੱਗਾ ਗੁਰੂ ਕੇ ਸਿੱਖੋ ਇਹਨੇ ਉਤਾਵਲੇ ਨਾ ਹੋ, ਉਹ ਇੱਕ ਰੰਗੜਾਂ ਦਾ ਪੁੱਤਰ ਮਾਰਨ ਵਾਸਤੇ ਸਾਰੇ ਦਲ ਪੰਥ ਨੂੰ ਚੜ੍ਹਾਈ ਕਰਨੀ ਪਵੇ, ਗੱਲ ਸੋਭਦੀ ਨਹੀਂ। ਉਸ ਵੇਲੇ ਬਾਬਾ ਮਹਿਤਾਬ ਸਿੰਘ ਮੀਰਾ ਕੋਟਿਆ ਭੰਗੂ ਸਰਦਾਰ ਤੇ ਦੂਸਰਾ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ ਵਾਲਾ, ਇਹ ਦੋਨੇ ਗੁਰੂ ਕੇ ਸਿੱਖ ਉੱਠੇ ਹਨ। ਇਹਨਾਂ ਨੂੰ ਬਾਬੇ ਬੁੱਢਾ ਸਿੰਘ ਨੇ ਦੇ ਕੇ ਥਾਪੜਾ ਬੁੱਢੇ ਜੋੜ ਦੀ ਧਰਤੀ ਤੋਂ ਤੋਰਿਆ, ਪਹੁੰਚੇ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਇਹਨਾਂ ਨੇ ਜੱਟ ਨੰਬਰਦਾਰਾਂ ਵਾਲਾ ਭੇਸ ਬਣਾਇਆ, ਆਪਣੇ ਵਾਲ ਪਿੱਛੇ ਨੂੰ ਖਿਲਾਰੇ ਹਨ। ਉੱਥੇ ਸਰਦਾਰ ਸੁੱਖਾ ਸਿੰਘ ਨੇ ਭਰ ਕੇ ਇੱਕ ਠੀਕਰਾਂ ਦਾ ਬੋਰਾ ਆਪਣੇ ਮੋਢਿਆਂ ਤੇ ਚੁੱਕ ਲਿਆ। ਦਰਬਾਰ ਸਾਹਿਬ ਦੀ ਧਰਤੀ ਤੇ ਆ ਕੇ ਲਾਚੀ ਬੇਰੀ ਦੇ ਨਾਲ ਇਹਨਾਂ ਆਪਣੇ ਘੋੜੇ ਬੰਨੇ ਹਨ। ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਤੇ ਮੱਸੇ ਰੰਗੜ ਦੀ ਫੌਜ ਨੇ ਸੋਚਿਆ ਕੋਈ ਲੰਬਰਦਾਰ ਨੇ ਜਿਹੜੇ ਮਾਮਲਾ ਤਾਰਨ ਵਾਸਤੇ ਆਏ ਹਨ। ਜਾਣਦਾ ਨਹੀਂ ਸੀ ਜਿਹੜਾ ਮਾਮਲਾ ਇਹਨਾਂ ਨੇ ਅੱਜ ਤਾਰ ਕੇ ਜਾਣਾ, ਕਦੇ ਤੁਹਾਨੂੰ ਮਾਮਲਾ ਕੋਈ ਤਾਰਨ ਵਾਸਤੇ ਨੰਬਰਦਾਰ ਨਹੀਂ ਆਇਆ ਹੋਵੇਗਾ। ਫਿਰ ਗੁਰਮੁਖ ਜਦੋਂ ਅੱਗੇ ਵਧੇ ਹਨ, ਵੇਖਿਆ ਮੱਸਾ ਰੰਗੜ ਉੱਥੇ ਬੈਠਾ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ, ਜਿੱਥੇ ਗੁਰੂ ਕੇ ਸਿੱਖ ਕੀਰਤਨ ਕਰਦੇ ਸਨ, ਉੱਥੇ ਅੱਜ ਵੇਸਵਾ ਨੱਚਦੀ ਹੈ। ਇਹ ਸਭ ਕੁਝ ਜਦੋਂ ਗੁਰੂ ਕੇ ਸਿੱਖਾਂ ਨੇ ਵੇਖਿਆ, ਸਰਦਾਰ ਸੁੱਖਾ ਸਿੰਘ ਨੇ ਮੋਢੇ ਤੋਂ ਲਾ ਕੇ ਠੀਕਰਾਂ ਦੀ ਭਰੀ ਬੋਰੀ ਅੱਜ ਮੱਸੇ ਰੰਗੜ ਦੇ ਪਲੰਗ ਦੇ ਹੇਠਾਂ ਸੁੱਟੀ ਹੈ। ਉਹ ਥੱਲੇ ਹੋ ਕੇ ਜਦੋਂ ਇਹਨਾਂ ਠੀਕਰਾਂ ਨੂੰ ਵੇਖਣ ਲੱਗਾ, ਫਿਰ ਸਰਦਾਰ ਮਹਿਤਾਬ ਸਿੰਘ ਨੇ ਸ਼ਰਰ ਕਰਦੀ ਕੱਢ ਕੇ ਕਿਰਪਾਨ ਬਾਹਰ ਮੱਸੇ ਰੰਗੜ ਦੀ ਧੌਣ ਤੇ ਵਾਰ ਹੈ। ਮੱਸੇ ਵੇਖਿਆ ਹੋ ਕੋਈ ਦਿਨ ਖੇਡ ਲੈ ਮਾਣ ਲੈ, ਤੇ ਡਿੱਗਦੀ ਆ ਸਿਰ ਤੇ ਕੂਗਰੀ। ਮੱਸੇ ਵੇਖਿਆ ਥੱਲੇ ਜਾ ਕੇ ਸਿੰਘ ਹੱਥ ਤਲਵਾਰ ਨੂੰ ਪਾਇਆ, ਉਹ ਕੱਢੀ ਮਾਰ ਦੇ ਵਿੱਚੋਂ ਪੈਣਕਾ ਦੀ। ਵਿੱਚੋਂ ਪੈਣ ਕਾਦੀ ਉਹ ਕਿਹੜਾ ਦੇ ਕੇ ਚੰਡੀ ਨੂੰ ਲਿਸ਼ਕਾਇਆ, ਰੱਖ ਪੈਦਰਾ ਮਹਿਤਾਬ ਸਿੰਘ ਸੂਰਮੇ। ਰੱਖ ਪੈਦਰਾ ਮਹਿਤਾਬ ਸਿੰਘ ਸੂਰਮੇ, ਉਹ ਜੱਟ ਮੱਸੇ ਵਾਲਾ ਸਿਰ ਝਟਕਾਇਆ, ਸਿਰ ਧੜ ਤੋਂ ਅਲੈਦਾ ਹੋ ਗਿਆ।
ਮੇਰੀ ਦਾਦ ਓਏ ਮਸਾ ਤੜਫਦਾ ਸੀ ਵਾਂਗਰ ਮੱਛੀ ਦੇ ਹੋ ਟੱਪ ਟੱਪ ਕੇ ਡਾਡਾ ਦੁੱਖ ਪਾਇਆ ਮਸਾ ਤੜਫਦਾ ਸੀ ਵਾਂਗਰ ਮੱਛੀ ਦੇ ਮਸਾ ਤੜਫਦਾ ਸੀ ਵਾਂਗਰ ਮੱਛੀ ਦੇ ਹੋ ਟੱਪ ਟੱਪ ਕੇ ਡਾਡਾ ਦੁੱਖ ਪਾਇਆ ਸਾਰੇ ਵੇਸਵਾ ਦੇ ਜੇਵਰ ਲਾਲੇ ਸਾਰੇ ਵੇਸਵਾ ਦੇ ਜੇਵਰ ਲਾਲੇ ਆ ਭੱਜੀ ਕਰਦੀ ਖੁਦਾਇਆ ਖੁਦਾਇਆ ਸਾਰੇ ਨਸ਼ੇ ਤੇ ਸ਼ਰਾਬਾਂ ਲੈ ਗਈਆਂ ਸਾਰੇ ਨਸ਼ੇ ਤੇ ਸ਼ਰਾਬਾਂ ਲੈ ਗਿਆ ਆ ਜਦੋਂ ਖਾਲਸੇ ਨੇ ਹੱਲਾ ਸੀ ਮਚਾਇਆ ਕਰਮ ਸਿੰਘ ਜੀ ਖੂਨ ਨਾਲ ਰੰਗ ਕੇ ਸਿੰਘ ਜੀ ਖੂਨ ਨਾਲ ਰੰਗ ਕੇ ਉਹ ਲਾਲ ਰੰਗ ਦਾ ਧਰਤ ਚੋਲਾ ਪਾਇਆ ਯਾਦ ਰਹਿੰਦੀਆਂ ਸੁਖਾਂ ਸਿਆ ਤੇਰੀਆਂ ਜਗ ਵਿੱਚ ਰਹਿੰਦੀਆਂ ਮਤਾਬ ਸਿੰਘਾਂ ਤੇਰੀਆਂ ਹਾਂ ਜੀ ਆਵਾਜ਼ੀਆਂ ਦਾ ਨਾ ਰੋਕੋ ਇਹਨਾਂ ਨੂੰ ਨਿਤ ਦੇ ਮੁਜ਼ਾਫਰ ਨਿਰਾਸ਼ਾ ਦੇ ਨੇੜੇ ਢੁੱਕਦੇ ਨਹੀਂ ਹੁੰਦੇ ਇਹ ਚੰਦ ਸੂਰਜ ਹਵਾ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਨੇ ਤਲੀ ਤੇ ਰੱਖਿਆ ਸੱਜਣੋਂ ਦੁਨੀਆ ਝੁਕਾਉਂਦੇ ਨੇ ਝੁਕਦੇ ਨਹੀਂ ਹੁੰਦੇ ਸਰਦਾਰ ਮਤਾਬ ਸਿੰਘ ਤੇ ਸਰਦਾਰ ਸੁੱਖਾ ਸਿੰਘ ਨੇ ਕਰਕੇ ਵਾਰ ਅੱਜ ਮੱਸੇ ਰੰਗੜ ਦਾ ਧੜ ਦੇ ਨਾਲ ਸਿਰ ਵੱਢ ਲਿਆ ਜਿਸ ਬੋਰੀ ਦੇ ਵਿੱਚ ਠਿਕਰਾਂ ਪਾ ਕੇ ਲੈ ਕੇ ਆਏ ਸਨ ਉਸੇ ਬੋਰੀ ਦੇ ਵਿੱਚ ਦਾ ਸਿਰ ਪਾਇਆ ਗੁਰੂ ਕੇ ਸਿੱਖ ਆਏ ਨੇ ਵੱਢ ਕੇ ਇਸ ਮੱਸੇ ਰੰਗੜ ਦਾ ਸਿਹਰਾ ਹਨੇਰੀ ਵਾਂਗ ਆਏ ਤੇ ਵਾਵ ਰੁਲੇ ਵਾਂਗ ਵਾਪਸ ਬੀਕਾਨੇਰ ਦੀ ਧਰਤੀ ਤੇ ਪਹੁੰਚ ਗਏ ਹਨ ਗੁਰਮਖਾ ਉਥੇ ਗੁਰੂ ਕੇ ਸਿੱਖਾਂ ਨੇ ਅੱਜ ਇਹਨਾਂ ਗੁਰੂ ਕੇ ਸਿੱਖਾਂ ਦੇ ਵਾਪਸ ਆਉਣ ਤੇ ਚੜ੍ਹਦੀ ਕਲਾ ਅੰਦਰ ਜਿੱਥੇ ਜਾਕਾਰੇ ਛੱਡੇ ਹਨ ਉੱਤੇ ਦੁਪਹਿਰ ਦਾ ਵੇਲਾ ਹੋਇਆ ਅੱਜ ਮੱਸੇ ਰੰਗੜ ਦੀ ਘਰ ਵਾਲੀ ਉਹਦੀ ਬੇਗਮ ਲੈ ਕੇ ਉਹਦੇ ਵਾਸਤੇ ਖਾਣਾ ਅੱਜ ਉਹਦੇ ਉਸ ਪਾਸੇ ਨੂੰ ਤੁਰੀ ਜਾਂਦੀ ਹੈ ਜਿੱਥੇ ਅੱਜ ਮੱਸੇ ਰੰਗੜ ਨੇ ਖਾਣਾ ਖਾਣ ਵਾਸਤੇ ਆਉਣਾ ਸੀ ਅੱਗੋਂ ਇੱਕ ਸੰਤਰੀ ਮਿਲਿਆ ਕਹਿਣ ਲੱਗਾ ਬੇਗਮ ਉਹ ਕਿੱਧਰ ਤੁਰੀ ਆਉਣੀ ਹੈ ਕਹਿੰਦੀ ਮੈਂ ਤੁਹਾਡੇ ਨਵਾਬ ਵਾਸਤੇ ਤੁਹਾਡੇ ਚੌਧਰੀ ਵਾਸਤੇ ਖਾਣਾ ਲੈ ਕੇ ਆਈ ਹਾਂ ਅੱਜ ਤੁਹਾਡੇ ਚੌਧਰੀ ਨੂੰ ਆਪਣੇ ਹੱਥਾਂ ਦੇ ਨਾਲ ਖਾਣਾ ਖਵਾਉਣਾ ਹੈ ਕਹਿੰਦੇ ਬੇਗਮ ਉਹ ਚੌਧਰੀ ਖਾਣਾ ਨਹੀਂ ਖਾ ਸਕਦਾ ਕਹਿੰਦੀ ਕਿਉਂ ਕਹਿੰਦੇ ਜਿਸ ਪੁਰਜੇ ਦੇ ਨਾਲ ਉਹਨੇ ਖਾਣਾ ਖਾਣਾ ਸੀ ਸਿੰਘ ਦਾ ਪੁਰਜਾ ਵੱਢ ਕੇ ਨਾਲ ਲੈ ਗਏ ਹੁਣ ਚੌਧਰੀ ਖਾਣਾ ਨਹੀਂ ਖਾ ਸਕਦਾ ਜਦੋਂ ਚੌਧਰੀ ਦੇ ਮਰਨ ਦੀ ਗੱਲ ਸੁਣੀ ਹੈ ਬੇਗਮ ਨੇ ਉਸੇ ਵੇਲੇ ਭੱਜੀ ਹੈ ਜਾਂਦੀ ਹੋਈ ਰੋਂਦੀ ਜਾਂਦੀ ਹੈ ਕਰਲਾਉਂਦੀ ਜਾਂਦੀ ਤੇ ਜਾ ਕੇ ਵੇਖਿਆ ਅੱਜ ਮੱਸੇ ਰੰਗੜ ਦਾ ਧੜ ਪਿਆ ਤੇ ਸਿਰ ਉੱਥੇ ਹੈ ਹੀ ਨਹੀਂ ਹੁਣ ਰੋਂਦੀ ਕਰਲਾਉਂਦੀ ਨੇ ਨਾਲ ਦੇ ਆਪਣੇ ਬਾਕੀ ਮੰਗਰਾਂ ਸਾਰੇ ਰੰਗੜਾਂ ਨੂੰ ਸੱਦ ਲਿਆ ਮੱਸੇ ਦਾ ਸਾਰਾ ਟੱਬਰ ਲਾਮ ਲਾਣਾ ਇਕੱਠਾ ਹੋ ਗਏ ਅੱਜ ਇਹਨਾਂ ਨੇ ਇੱਕ ਗੱਡੇ ਦੇ ਉੱਤੇ ਮੱਸੇ ਰੰਗੜ ਦੇ ਧੜ ਨੂੰ ਪਾਇਆ ਤੇ ਲੈ ਕੇ ਅੱਜ ਲਾਹੌਰ ਵੱਲ ਨੂੰ ਤੁਰ ਪਏ ਜ਼ਕਰੀਆ ਖਾਨ ਦੇ ਦਰਬਾਰ ਦੇ ਵੱਲ ਗੁਰਮਖੋ ਸਮਾਂ ਮੇਰੇ ਕੋਲ ਕੋਈ ਜ਼ਿਆਦਾ ਨਹੀਂ ਮੈਂ ਵਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਮੇਂ ਦੇ ਅੰਦਰ ਰਹਿ ਕੇ ਮੈਂ ਖਿਮਾ ਦਾ ਜਾਚਕ ਹੋ ਜਾਣਾ ਹੁਣ ਅੱਜ ਇਹਨਾਂ ਨੇ ਗੱਡੇ ਦੇ ਉੱਤੇ ਪਾ ਕੇ ਇਸ ਮੱਸੇ ਰੰਗੜ ਦੇ ਸਰੀਰ ਨੂੰ ਲਾਹੌਰ ਦੀ ਧਰਤੀ ਤੇ ਪਹੁੰਚੇ ਜਦੋਂ ਜ਼ਕਰੀਆ ਖਾਨ ਨੇ ਪੁੱਛਿਆ ਕਹਿੰਦਾ ਕੌਣ ਹੈ ਜਿਹੜੇ ਗੱਡੇ ਤੇ ਲੱਦ ਕੇ ਕਿਸੇ ਨੂੰ ਤੁਰੇ ਆਉਂਦੇ ਨੇ ਕਹਿਣ ਲੱਗੇ ਜੀ ਇਹ ਸੂਬਾ ਖਾਨ ਬਹਾਦਰ ਇਹ ਮੱਸੇ ਰੰਗੜ ਦਾ ਟੱਬਰ ਅਤੇ ਮੱਸੇ ਰੰਗੜ ਦਾ ਸਰੀਰ ਲੈ ਕੇ ਆਉਂਦੇ ਨੇ ਮੱਸਾ ਰੰਗੜ ਮਾਰਿਆ ਜਦੋਂ ਇਹ ਗੱਲ ਸੁਣੀ ਹੈ
ਇੱਕ ਵਾਰ ਜ਼ਕਰੀਆ ਖਾਂ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ। ਸੋਚਣ ਲੱਗਾ ਕਿ ਮੇਰੇ ਇਹਨਾਂ ਚੌਧਰੀਆਂ ਨੇ ਹੁਣ ਤੱਕ ਮੇਰੇ ਕੋਲ ਜਿੰਨੀਆਂ ਖਬਰਾਂ ਭੇਜੀਆਂ ਕਿਸੇ ਸਿੰਘਾਂ ਨੂੰ ਮਾਰਦਾ ਖਤਮ ਕਰ ਦਿੱਤਾ, ਮੇਰੇ ਕੋਲੋਂ ਇਹਨਾਂ ਇਨਾਮ ਵੀ ਲਏ ਨੇ। ਅੱਜ ਸਿੰਘ ਕਿੱਧਰੋਂ ਆ ਗਏ ਜਿਹੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਗਏ। ਗੁਰਮਖੋ ਉਸ ਵੇਲੇ ਅਜੇ ਮਨ ਦੇ ਅੰਦਰ ਖਿਆਲ ਹੀ ਦਹਰਾਉਂਦਾ ਸੀ ਤੇ ਮੱਸੇ ਰੰਗੜ ਦੇ ਸਰੀਰ ਨੂੰ ਲੈ ਕੇ ਉਹਦਾ ਟੱਬਰ ਅੱਜ ਇਹਦੀ ਕਚਹਿਰੀ ਦੇ ਵਿੱਚ ਆ ਗਿਆ। ਇਸ ਦੇ ਦਰਬਾਰ ਦੇ ਅੰਦਰ ਆ ਕੇ ਇਹਦੀ ਕਚਹਿਰੀ ਦੇ ਵਿੱਚ ਆ ਕੇ ਅੱਜ ਮੱਸੇ ਰੰਗੜ ਦੀ ਬੇਗਮ ਨੇ ਆਪਣੇ ਸਿਰ ਦੇ ਵਾਲਾਂ ਨੂੰ ਖਿਲਾਰਦਿਆਂ ਹੋਇਆਂ, ਸਿਰ ਦੇ ਵਾਲਾਂ ਨੂੰ ਪੁੱਟਦਿਆਂ ਹੋਇਆਂ ਜ਼ਕਰੀਆ ਖਾਨ ਦੇ ਸਾਹਮਣੇ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਵਾਸਤੇ ਕਿਸ ਤਰੀਕੇ ਨਾਲ ਹੜਾ ਕੱਢਿਆ। ਢਾਡੀ ਜੱਥਾ ਆਪ ਦੀ ਸੇਵਾ ਚ ਇਹਨਾਂ ਸ਼ਬਦਾਂ ਦੁਆਰਾ ਹੈ। ਬਈ ਲਾਹੌਰ ਦੇ ਜਾ ਕੇ ਪਿੱਟ ਦੀ ਵਿੱਚ ਬਈ ਲਾਹੌਰ ਦੇ ਸੂਬੇ ਸਾਹਮਣੇ ਮੱਸੇ ਦੀ ਨਾਰ, ਸੂਬੇ ਸਾਹਮਣੇ ਮੱਸੇ ਦੀ ਨਾਰ। ਉਹਨੇ ਲਾ ਲਈ ਨਾਥੀ ਬਈ ਸੁਹਾਗ ਦੀ, ਉਹਨੇ ਲਾ ਲਈ ਨਾਥੇ ਬਈ ਸੁਹਾਗ ਦੀ, ਉਹਨੇ ਲਾ ਲਈ ਨਾਥੇ ਬਈ ਸੁਹਾਗ ਦੀ। ਚੂੜਾ ਪੰਨਿਆ ਦੋ ਹੱਥੜਾਂ ਮਾਰ, ਚੂੜਾ ਪੰਨਿਆ ਦੋ ਹੱਥੜਾਂ ਮਾਰ। ਸਿਰੋਂ ਸਗਨਾਂ ਦਾ ਸਾਲ, ਸਿਰੋਂ ਸਗਨਾਂ 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 ਸਿਰੋਂ ਸਗਨਾਂ ਦਾ ਸਾਲੂ ਉਤਾਰਿਆ, ਸਿਰੋਂ ਸਗਨਾਂ ਦਾ ਸਾਲੂ ਉਤਾਰਿਆ। ਖੋਈਆਂ ਮਿੱਟੀਆਂ ਲੈ ਵਾਲ ਖਲਾਰੇ, ਖੋਈਆਂ ਮਿੱਟੀਆਂ ਲੈ ਵਾਲ ਖਲਾਰੇ। ਕਹਿੰਦੀ ਚੌਧਰ ਤੇਰੀ ਪਟਿਆ ਵਸਦਾ ਉਜੜ ਗਿਆ ਸੰਸਾਰ। ਕਹਿੰਦੀ ਚੌਧਰ ਤੇਰੀ ਪਟਿਆ, ਕਹਿੰਦੀ ਚੌਧਰ ਤੇਰੀ ਪਟਿਆ। ਮੇਰਾ ਉਜੜ ਗਿਆ ਸੰਸਾਰ, ਮੇਰਾ ਉਜੜ ਗਿਆ ਸੰਸਾਰ। ਵੇ ਮੈਂ ਲੁੱਟ ਲਈਏ ਨੰਗਾ ਥੇ ਅਕਲੀਆਂ, ਵੇ ਮੈਂ ਲੁੱਟ ਲਈ, ਵੇ ਮੈਂ
ਨਿਹੰਗਾਂ ਤੇ ਅਕਾਲੀਆਂ ਵੇ ਮੈਂ ਲੁੱਟ ਲਈ ਨਿਹੰਗਾਂ ਤੇ ਅਕਾਲੀਆਂ ਖਾਦੇ ਲੁੱਟ ਤੂੰ ਜਿਨ੍ਹਾਂ ਦੇ ਘਰ ਬਾਰ ਖਾਦੇ ਲੁੱਟ ਤੂੰ ਜਿਨ੍ਹਾਂ ਦੇ ਘਰ ਬਾਰ ਮੇਰਾ ਦਿਨ ਦੀਵੀ ਗਿਆ ਮਾਰਿਆ ਤੇਰੀ ਭੱਠ ਪੈ ਗਈ ਸਰਕਾਰ ਮੇਰਾ ਦਿਨ ਦੀਵੀ ਗਿਆ ਮਾਰਿਆ ਮੇਰਾ ਦਿਨ ਦੀਵੀ ਗਿਆ ਮਾਰਿਆ ਤੇਰੀ ਪੱਠ ਪੈ ਗਈ ਸਰਕਾਰ ਤੇਰੀ ਪੱਠ ਪੈ ਗਈ ਸਰਕਾਰ ਮੈਨੂੰ ਬਦਲਾ ਲੈ ਦੇ ਹਾਕਮਾਂ ਮੈਨੂੰ ਬਦਲਾ ਲੈ ਦੇ ਹਾਕਮਾਂ ਮੇਰਾ ਸੜਦਾ ਸੀਨਾ ਠਾਰ ਮੇਰਾ ਸੜਦਾ ਸੀਨਾ ਠਾਰ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਨਹੀਂ ਤਾਂ ਭਰੀ ਹੋਈ ਕਚਹਿਰੀ ਵਿੱਚ ਮੈਂ ਅੱਜ ਮਰ ਜਾਊਂ ਕਟਾਰੀ ਮਾਰ ਅੱਜ ਮਰ ਜਾਊਂ ਕਟਾਰੀ ਮਾਰ ਅੱਜ ਮਰ ਜੂ ਕਟਾਰੀ ਮਾਰ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਦੀ ਕਚਹਿਰੀ ਦੇ ਅੰਦਰ ਸੂਬੇ ਦੀ ਬੇਗਮ ਸੂਬੇ ਦੇ ਸਾਹਮਣੇ ਮੱਸੇ ਦੀ ਬੇਗਮ ਉੱਚੀ ਉੱਚੀ ਰੋਂਦੀ ਹੈ। ਜਿਸ ਵੇਲੇ ਇਹਨੂੰ ਰੋਂਦੀ ਨੂੰ ਸੁਣਿਆ ਜ਼ਕਰੀਆ ਖਾਨ ਨੇ ਇਸ ਨੂੰ ਚੁੱਪ ਕਰਾਉਂਦਿਆਂ ਹੋਇਆਂ ਪੁੱਛਿਆ ਕੀ ਹੋਇਆ ਕਿਸ ਤਰੀਕੇ ਨਾਲ ਸਿੰਘਾਂ ਨੇ ਇਸ ਮੱਸੇ ਰੰਗੜ ਦਾ ਸਿਰ ਵੱਢਿਆ ਹੈ? ਕੋਈ ਵੀ ਦੱਸਣ ਵਿੱਚ ਕਾਮਯਾਬ ਨਹੀਂ ਹੋਇਆ ਕਿਉਂਕਿ ਜਿਤਨੀ ਦੇਰ ਨੂੰ ਇਹਨਾਂ ਨੂੰ ਹੋਸ਼ ਆਉਂਦੀ ਉਤਨੀ ਦੇਰ ਨੂੰ ਸਿੰਘ ਇੱਥੋਂ ਜਾ ਚੁੱਕੇ ਸਨ। ਗੁਰਮੁਖ ਅੱਜ ਸੂਬਾ ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ ਮੱਸੇ ਰੰਗੜ ਦੀ ਬੇਗਮ ਨੂੰ ਕਿ ਮੱਸੇ ਦੀ ਮੌਤ ਦਾ ਸਾਡੇ ਚੌਧਰੀ ਦੀ ਮੌਤ ਦਾ ਦੁੱਖ ਸਰਕਾਰ ਨੂੰ ਵੀ ਹੈ। ਤੇਰੇ ਦੁੱਖ ਕਰਨਾ ਤੇਰਾ ਰੋਣਾ ਸੰਭਾਵਿਕ ਹੈ ਤੂੰ ਸਹੀ ਹੈ। ਹੁਣ ਤੇਰੀ ਕਿਸ ਗੱਲ ਦਾ ਦੱਸ ਕੀ ਨਿਚੋੜ ਕੱਢਿਆ ਜਾਵੇ। ਬੇਗਮ ਨੇ ਉਸ ਵੇਲੇ ਆਖਿਆ ਕਿ ਮੇਰੇ ਪਤੀ ਦੀ ਮੌਤ ਦਾ ਬਦਲਾ ਲਿਆ ਜਾਣਾ ਚਾਹੀਦਾ। ਜਦੋਂ ਮੱਸੇ ਰੰਗੜ ਦੀ ਬੇਗਮ ਨੇ ਇਹ ਗੱਲ ਆਖੀ ਹੈ ਉਸ ਵੇਲੇ ਗੁਰਮੁਖ ਅੱਜ ਇਸ ਜ਼ਕਰੀਆ ਖਾਨ ਨੇ ਆਪਣੀ ਕਚਹਿਰੀ ਦੇ ਅੰਦਰ ਆਪਣੇ ਵਜ਼ੀਰਾਂ ਨੂੰ ਭੇਜ ਕੇ ਸਾਰੇ ਚੌਧਰੀ ਬੁਲਾ ਲਏ ਹਨ। ਉਹ ਚੌਧਰੀ ਜਿਨ੍ਹਾਂ ਨੇ ਇਨਾਮ ਲਏ ਸਨ ਤੁਹਾਡੇ ਸਿਰਾਂ ਦੇ, ਉਹ ਚੌਧਰੀ ਜਿਨ੍ਹਾਂ ਨੇ ਤੁਹਾਡੇ ਤੇ ਅਤਿਆਚਾਰ ਕਰਕੇ ਘਰਾਂ ਤੋਂ ਬੇਘਰ ਕਰ ਦਿੱਤਾ। ਉਹ ਸਮਾਂ ਸੀ ਗੁਰਮੁਖੋ ਜਦੋਂ ਸਾਨੂੰ ਆਪਣੇ ਘਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਲੱਖੀ ਜੰਗਲ ਬੁੱਢੇ ਜੋੜ ਦੀ ਧਰਤੀ ਤੇ ਉਹ ਬੀਕਾਨੇਰ ਦੇ ਜੰਗਲਾਂ ਤੇ ਵਾਸਾ ਕਰਨਾ ਪਿਆ, ਖੁੱਲੇ ਅਸਮਾਨ ਦੇ ਹੇਠ ਰਹਿਣਾ ਪਿਆ। ਅੱਜ ਇਹ ਸਾਰੇ ਚੌਧਰੀ ਇਸ ਜ਼ਕਰੀਆ ਖਾਨ ਨੇ ਆਪਣੀ ਕਚਹਿਰੀ ਦੇ ਵਿੱਚ ਬੁਲਾ ਲਏ। ਜਦੋਂ ਜ਼ਕਰੀਆ ਖਾਨ ਦੀ ਕਚਹਿਰੀ 'ਚ ਆਉਂਦੇ ਮਨ ਦੇ ਅੰਦਰ ਸੋਚਦੇ ਆਉਂਦੇ ਆ ਕਿ ਹਰ ਰੋਜ਼ ਜੋ ਸਾਡੇ ਨਾਲ ਹੁੰਦਾ ਅੱਜ ਵੀ ਉਹੀ ਹੋਏਗਾ, ਪਰ ਜਾਣਦੇ ਨਹੀਂ ਸੀ ਅੱਗੇ ਗਾਲਾਂ ਤੱਕ ਜਾਂ ਝੜਕਾਂ ਤੱਕ ਕੰਮ ਸੀਮਤ ਸੀ। ਅੱਜ ਜਿਸ ਵੇਲੇ ਜ਼ਕਰੀਆ ਖਾਨ ਦੀ ਕਚਹਿਰੀ ਦੇ ਅੰਦਰ ਪਹੁੰਚੇ ਆ, ਜ਼ਕਰੀਆ ਖਾਨ ਨੇ ਆ ਕੇ ਇਹਨਾਂ ਨੂੰ ਪੁੱਛਿਆ ਸਾਰਾ ਕੁਝ ਬਚ ਜਾਵੇਗਾ, ਸਭ ਤੋਂ ਪਹਿਲਾਂ ਇਹਨਾਂ ਚੌਧਰੀਆਂ ਨੂੰ ਲਟਾ ਕੇ ਇਹਨਾਂ ਨੂੰ ਰੱਜ ਕੇ ਕੁੱਟਿਆ ਜਾਵੇ। ਅੱਜ ਸਾਰੇ ਚੌਧਰੀ ਕੁੱਟੇ ਗਏ, ਸਾਰੇ ਚੌਧਰੀਆਂ ਨੂੰ ਮਾਰਿਆ ਗਿਆ। ਵਾਰੀ ਆ ਗਈ ਹਰ ਭਗਤ ਨਰੰਜਣੀਏ ਦੀ ਜੰਡਿਆਲੇ ਦੇ ਰਹਿਣ ਵਾਲੇ ਦੀ। ਜਦੋਂ ਇਹਦੀ ਵਾਰੀ ਆਉਂਦੀ ਹੈ ਹੱਥ ਜੋੜ ਕੇ ਅੱਗੇ ਖੜਾ ਹੋ ਗਏ, ਕਹਿਣ ਲੱਗਾ ਖਾਨ ਬਹਾਦਰ ਜੇ ਤੁਹਾਡੀ ਆਗਿਆ ਹੋਵੇ ਮੈਂ ਕੁਝ ਕਹਿਣਾ ਚਾਹੁੰਦਾ ਹਾਂ। ਕਹਿੰਦਾ ਖਾਨ ਬਹਾਦਰ ਉਹ ਸਿੰਘਾਂ ਨੂੰ ਅਸੀਂ ਮਾਰਿਆ ਜ਼ਰੂਰ ਹੈ, ਖਤਮ ਕੀਤਾ ਜ਼ਰੂਰ ਹੈ, ਪਰ ਪਤਾ ਨਹੀਂ ਇਹ ਕਿੱਥੋਂ ਆਉਂਦੇ ਨੇ, ਘਰਾਂ ਤੋਂ ਬੇਘਰ ਵੀ ਹੋ ਗਏ। ਅੱਜ ਇਹ ਦੋਵੇਂ ਜਿਹੜੇ ਆਏ ਹਨ ਇਹਨਾਂ ਦੇ ਬਾਰੇ ਮੈਂ ਖਬਰ ਜਿੱਥੋਂ ਤੱਕ ਪ੍ਰਾਪਤ ਕੀਤੀ ਹੈ, ਇੱਕ ਹੈ ਮਾੜੀ ਕੰਬੋਕੇ ਦਾ ਰਹਿਣ ਵਾਲਾ ਸੁੱਖਾ ਸਿੰਘ, ਦੂਜਾ ਮੀਰਾਂਕੋਟ ਦਾ ਰਹਿਣ ਵਾਲਾ ਮਹਿਤਾਬ ਸਿੰਘ, ਜਿਨ੍ਹਾਂ ਨੇ ਇਸ ਮੱਸੇ ਰੰਗੜ ਦਾ ਸਿਰ ਵੱਢਿਆ। ਤੇ ਕਹਿਣ ਲੱਗਾ ਖਾਨ ਬਹਾਦਰ ਸਾਨੂੰ ਮਾਰ ਕੇ ਸਾਨੂੰ ਕੁੱਟ ਕੇ ਫਾਇਦਾ ਕੋਈ ਨਹੀਂ, ਜੇ ਤੁਸੀਂ ਮੱਸੇ ਰੰਗੜ ਦੀ ਮੌਤ ਦਾ ਬਦਲਾ ਲੈਣਾ ਤੇ ਸਿੰਘਾਂ ਦੇ ਨਾਲ ਜਾ ਕੇ ਲੜੋ। ਕਹਿਣ ਲੱਗਾ ਫਿਰ ਇਹਨਾਂ ਨਾਲ ਲੜਿਆ ਕਿਵੇਂ ਜਾ ਸਕਦਾ? ਕਹਿੰਦਾ ਠੀਕ ਹੈ ਘਰਾਂ ਤੋਂ ਬੇਸ਼ੱਕ ਘਰਾਂ ਤੋਂ ਜਾ ਚੁੱਕੇ ਨੇ, ਪਰ ਇਹਨਾਂ ਦੇ ਪਰਿਵਾਰ ਤਾਂ ਇੱਥੇ ਮੌਜੂਦ ਨੇ। ਤੇ ਗੁਰਮੁਖੋ ਉਸ ਵੇਲੇ ਇਸ ਹਰ ਭਗਤ ਨਰੰਜਣੀ ਨੇ ਇੱਕ ਗੱਲ ਆਖੀ, ਕਹਿੰਦਾ ਖਾਨ ਬਹਾਦਰ ਉਨੀ ਦੇਰ ਅਸੀਂ ਇਹਨਾਂ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੇ ਜਿੰਨੀ ਦੇਰ ਸਾਡੇ ਆਪਣੇ ਇਹਨਾਂ ਦੀ ਮਦਦ ਵਾਸਤੇ ਅੱਗੇ ਆਉਂਦੇ ਨੇ।
ਇਹ ਆਪਣਾ ਕੌਣ ਸੀ? ਨਾਂ ਲਿਆ ਸੀ ਉਹਨੇ ਬਾਬਾ ਨੱਥਾ ਚੌਧਰੀ ਦਾ, ਚੌਧਰੀ ਬਾਬਾ ਨੱਥਾ ਖਹਿਰਾ, ਜਿਹਨੂੰ ਤੁਸੀਂ ਅੱਜ ਸਾਰੇ ਯਾਦ ਕਰਨ ਵਾਸਤੇ ਇਕੱਤਰ ਹੋਏ ਹੋ। ਜਿਸ ਵੇਲੇ ਇਹ ਗੱਲ ਹਰਭਗਤ ਨਿਰੰਜਨੀਏ ਨੇ ਆਖੀ ਹੈ ਨਾ, ਨੂਰਦੀਨ ਨੂੰ ਆਪਣੇ ਕੋਲ ਬੁਲਾਇਆ ਗਿਆ। ਨੂਰਦੀਨ ਫੌਜਦਾਰ ਨੂੰ ਚੜਾ ਕੇ ਇਸ ਜ਼ਕਰੀਆ ਖਾਨ ਨੇ ਮੀਰਾ ਕੋਟ ਦੀ ਧਰਤੀ ਤੇ ਭੇਜੇ। ਅੱਜ ਬਾਹਰ-ਬਾਹਰ ਸੱਥ ਲੱਗੀ ਹੋਈ ਹੈ। ਉਸ ਸੱਥ ਦੇ ਵਿੱਚ ਆ ਕੇ ਨੂਰਦੀਨ ਆਪਣੀਆਂ ਫੌਜਾਂ ਨੂੰ ਲੈ ਕੇ ਉਤਰਦਾ ਹੈ। ਉਸ ਥਾਂ ਤੇ ਚੌਧਰੀ ਬਾਬਾ ਨੱਥਾ ਖਹਿਰਾ ਜੀ ਨੂੰ ਬੁਲਾਇਆ ਜਾਂਦਾ ਹੈ। ਜਦੋਂ ਆਪਣੇ ਕੋਲ ਬੁਲਾਇਆ ਗਿਆ, ਉਸ ਵੇਲੇ ਸਰਦਾਰ ਮਹਿਤਾਬ ਸਿੰਘ ਬਾਰੇ ਪੁੱਛਿਆ। ਨੱਥਾ ਚੌਧਰੀ ਜੀ ਨੇ ਅੱਗੋਂ ਗੱਲ ਆਖੀ, ਕਹਿਣ ਲੱਗੇ ਜਿਹੜਾ ਮਹਿਤਾਬ ਸਿੰਘ ਜਦੋਂ ਤੋਂ ਇਹ ਸਰਕਾਰ ਨੇ ਐਲਾਨ ਕੀਤਾ ਹੈ, ਉਹ ਪਿੰਡ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਰਹਿਣ ਲੱਗ ਗਿਆ। ਉਸ ਤੋਂ ਬਾਅਦ ਉਹ ਪਿੰਡ ਵਿੱਚ ਨਹੀਂ ਆਇਆ। ਜਦੋਂ ਵੀ ਉਹ ਆਵੇਗਾ ਮੈਂ ਸਰਕਾਰ ਨੂੰ ਆਪ ਆ ਕੇ ਦੱਸ ਦਿਆਂਗਾ। ਗੁਰਮੁਖਾਂ, ਕਿਉਂਕਿ ਉਸ ਵੇਲੇ ਪਤਾ ਸੀ ਕਿ ਅੱਜ ਇਹ ਪਰਿਵਾਰਾਂ ਦਾ ਘਾਣ ਕਰਨ ਵਾਸਤੇ ਆਏ ਹੈ। ਸਰਦਾਰ ਮਹਿਤਾਬ ਸਿੰਘ ਦੇ ਪਰਿਵਾਰ ਦਾ ਨੁਕਸਾਨ ਜ਼ਰੂਰ ਕਰਨਗੇ ਕਿਸੇ ਨਾ ਕਿਸੇ ਤਰੀਕੇ ਨਾਲ। ਚੌਧਰੀ ਬਾਬਾ ਨੱਥਾ ਖਹਿਰਾ ਜੀ ਨੇ ਇਹਨਾਂ ਨੂੰ ਟਾਲਣ ਦਾ ਯਤਨ ਕੀਤਾ ਹੈ, ਪਰ ਜਿਨ੍ਹਾਂ ਦੇ ਦਿਮਾਗ ਦੇ ਅੰਦਰ ਚੌਧਰ ਦਾ ਨਸ਼ਾ ਚੜਿਆ ਹੋਵੇ, ਹੰਕਾਰੇ ਹੋਣ, ਉਹ ਕਦੇ ਵੀ ਕਿਸੇ ਇਨਸਾਨ ਦੇ ਉੱਤੇ ਲਿਹਾਜ਼ ਨਹੀਂ ਕਰਿਆ ਕਰਦੇ। ਅੱਜ ਜਿਸ ਵੇਲੇ ਚੌਧਰੀ ਬਾਬਾ ਨੱਥੇ ਖਹਿਰੂ ਨੇ ਇਹ ਗੱਲ ਆਖੀ ਹੈ, ਇਹਨਾਂ ਨੇ ਸੁਣਨ ਤੋਂ ਬਾਅਦ ਗੱਲ ਆਖੀ, ਕਹਿਣ ਲੱਗਾ ਠੀਕ ਹੈ ਮਹਿਤਾਬ ਸਿੰਘ ਪਿੰਡ ਛੱਡ ਕੇ ਚਲਾ ਗਿਆ, ਉਹਦਾ ਪਰਿਵਾਰ ਤਾਂ ਇੱਥੇ ਹੀ ਹੈ ਨਾ, ਉਹਦਾ ਛੋਟਾ ਪੁੱਤਰ ਤਾਂ ਇੱਥੇ ਹੀ ਆ ਨਾ, ਉਹਦੇ ਪੁੱਤਰ ਨੂੰ ਸਾਡੇ ਕੋਲ ਪੇਸ਼ ਕੀਤਾ ਜਾਵੇ। ਹਰਭਗਤ ਨਿਰੰਜਨੀਆ ਕੋਲ ਬੈਠਾ ਇਹ ਸਾਰੀਆਂ ਗੱਲਾਂ ਫੌਜਦਾਰ ਨੂਰਦੀਨ ਨੂੰ ਦੱਸਦਾ ਹੈ। ਉਸ ਵੇਲੇ ਜਦੋਂ ਨੱਥਾ ਚੌਧਰੀ ਜੀ ਨੂੰ ਇਹ ਗੱਲ ਆਖੀ ਗਈ ਹੈ, ਬਾਬਾ ਨੱਥਾ ਚੌਧਰੀ ਕਹਿਣ ਲੱਗਾ ਜੀ ਮੈਂ ਸਮਾਂ ਸਰਕਾਰ ਦੇ ਅਧੀਨ ਰਹਿ ਕੇ ਇਮਾਨਦਾਰੀ ਦੇ ਨਾਲ ਸਰਕਾਰ ਦੇ ਨਾਲ ਕੰਮ ਕੀਤਾ ਹੈ। ਮੇਰੀ ਉਸ ਕੰਮਕਾਰ ਦਾ ਸਿਲਾ, ਮੇਰੀ ਉਸ ਕੰਮਕਾਰ ਨੂੰ ਇਮਾਨਦਾਰੀ ਨੂੰ ਮੁੱਖ ਰੱਖਦੇ ਹੋ ਇੱਕ ਵਫਾ ਇੰਨਾ ਕੁ ਦੇ ਦਿਓ ਕਿ ਉਸ ਮਹਿਤਾਬ ਸਿੰਘ ਦੇ ਛੋਟੇ ਜਿਹੇ ਬਾਲਕ ਨੂੰ ਬਖਸ਼ ਦਿੱਤਾ ਜਾਵੇ। ਗੁਰਮੁਖੋ, ਇੱਕ ਗੱਲ ਯਾਦ ਰੱਖੋ, ਜੇਕਰ ਹੁਣ ਦੇ ਸਮੇਂ ਅੰਦਰ ਵੇਖੀਏ ਸਾਡੇ ਖੂਨ ਸਾਫ਼ ਹੋ ਗਏ ਨੇ, ਭਰਾ ਭਰਾ ਦਾ ਵੈਰੀ ਬਣਿਆ ਫਿਰਦਾ ਹੈ। ਜਿਨ੍ਹਾਂ ਦੀ ਅਸੀਂ ਅੱਜ ਗੱਲ ਸਾਂਝੀ ਕਰਨ ਵਾਸਤੇ ਇਕੱਤਰ ਹੋਏ ਆ ਨਾ, ਜਿਨ੍ਹਾਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਆ, ਉਹ ਨੇ ਜਿਨ੍ਹਾਂ ਨੇ ਸਰਦਾਰ ਮਹਿਤਾਬ ਸਿੰਘ ਦੇ ਨਾਲ ਪੱਗ ਵਟਾਈ ਤੇ ਪੱਗ ਵੱਟ ਭਰਾ ਬਣੇ, ਆਪਣੀ ਜਾਨ ਦੇ ਦਿੱਤੀ ਆਪਣੇ ਪਰਿਵਾਰ, ਆਪਣੇ ਭਰਾ ਦੇ ਬੱਚੇ ਨੂੰ, ਤੇ ਉਸ ਪੱਗ ਨੂੰ ਲਾਜ ਤੱਕ ਨਹੀਂ ਲਾਈ। ਪਰ ਜੇ ਹੁਣ ਦੇ ਸਮੇਂ ਵੱਲ ਵੇਖੀਏ, ਭਰਾ ਭਰਾ ਦਾ ਵੈਰੀ ਹੈ, ਸੱਜਣ ਸੱਜਣ ਦਾ ਵੈਰੀ ਹੈ, ਹਰ ਕੋਈ ਇੱਕ ਦੂਜੇ ਨੂੰ ਮਾਰਨ ਵਾਸਤੇ ਤੁਰਿਆ ਫਿਰਦਾ ਹੈ। ਗੁਰਮੁਖੋ, ਇਹ ਇਤਿਹਾਸ ਸਾਡੇ ਸਾਹਮਣੇ ਇਸੇ ਕਰਕੇ ਰੱਖੇ ਜਾਂਦੇ ਨੇ ਕਿ ਸਾਨੂੰ ਇਸ ਗੱਲ ਦੀ ਸੋਝੀ ਆਵੇ। ਉਹਨਾਂ ਕੌਮੀ ਪਰਵਾਨਿਆਂ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਆ, ਆਪਣੇ ਜੀਵਨ ਦੇ ਅੰਦਰ ਇਹ ਗੱਲਾਂ ਲਾਗੂ ਰੱਖੀਏ। ਅੱਜ ਨੱਥਾ ਚੌਧਰੀ ਇਸ ਫੌਜਦਾਰ ਦੇ ਸਾਹਮਣੇ ਹੱਥ ਬੰਨੀ ਖੜਾ ਹੈ, ਕਹਿਣ ਲੱਗਾ ਕਿ ਨਾ, ਉਸ ਛੋਟੇ ਜਿਹੇ ਬਾਲਕ ਨੂੰ ਬਖਸ਼ ਦਿੱਤਾ ਜਾਵੇ। ਗੁਰਮੁਖੋ, ਅਜੋਕੀਏ ਸੋ ਹਾਲਾਤ ਹਨ, ਉਹਨਾਂ ਹਾਲਾਤਾਂ ਨੂੰ ਮੁੱਖ ਰੱਖਦਿਆਂ ਕਿ ਛੋਟੀਆਂ ਦੋ ਕਲੈਣਾ ਵੀਰ ਜਸਵਿੰਦਰ ਸਿੰਘ ਜੱਸੀ ਤੁਹਾਡੀ ਸੇਵਾ 'ਚ ਹਾਜ਼ਰ ਕਰੋ। ਬੇਈਮਾਨੀ ਜਹਾਨ ਤੇ ਜੋਰ ਪਾ ਗਈ, ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ, ਉੱਤੋਂ ਮਿੱਠੀਆਂ ਮਿੱਠੀਆਂ ਕਰਨ ਗੱਲਾਂ, ਤੇ ਵਿੱਚੋਂ ਡੂੰਘੀਆਂ ਸਾਜ਼ਿਸ਼ਾਂ ਲਾ ਜਾਂਦੇ। ਖਾਣ ਪੀਣ ਦੇ ਮਾਰੇ, ਖਾਣ ਪੀਣ ਦੇ ਮਾਰੇ ਲਾਉਣ ਯਾਰੀ, ਖਾਣ ਪੀਣ ਦੇ ਮਾਰੇ ਉਹ ਲਾਉਣ ਯਾਰੀ, ਤੇ ਵਿੱਚੋਂ ਡੂੰਘੀਆਂ ਸਾਜ਼ਿਸ਼ਾਂ ਲਾ ਜਾਂਦੇ। ਹਰਜੋਤ ਸਿੰਘਾ ਜੇ ਰੱਬ ਨਾ ਰਹੇ ਲੁਕ ਕੇ, ਤੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ। ਚੌਧਰੀ ਬਾਬਾ ਨੱਥਾ ਖਹਿਰਾ ਜੀ ਅੱਜ ਇਸ ਨੂਰਦੀਨ ਦੇ ਕੋਲੋਂ ਤੁਰੇ ਨੇ ਸਰਦਾਰ ਮਹਿਤਾਬ ਸਿੰਘ ਦੇ ਘਰ ਵੱਲ। ਜਦੋਂ ਉਹਦੇ ਘਰ ਦੇ ਸਾਹਮਣੇ ਜਾਂਦੇ ਨੇ, ਮਨ ਦੇ ਅੰਦਰ ਇੱਕ ਗੱਲ ਸੋਚਦੇ ਹਨ, ਕਹਿਣ ਲੱਗੇ ਉਹੀ ਰਾਏ ਸਿੰਘ ਹੈ, ਜਿਸ ਰਾਏ ਸਿੰਘ ਨੂੰ ਤੂੰ ਆਪਣੇ ਹੱਥਾਂ ਦੇ ਨਾਲ ਖਿਡਾਇਆ, ਉਹੀ ਰਾਏ ਸਿੰਘ ਹੈ ਜਿਹਦੀ ਜ਼ਿੰਮੇਵਾਰੀ ਤੇਰਾ ਭਰਾ ਮਹਿਤਾਬ ਸਿੰਘ ਤੈਨੂੰ ਦੇ ਕੇ ਗਿਆ। ਉਹ ਅੱਜ ਆਪਣੇ ਹੱਥੀ ਕਿਵੇਂ ਉਸ ਨੂੰ ਜ਼ਾਲਮਾਂ ਦੇ ਮੂੰਹ ਦੇ ਵਿੱਚ ਪਾ ਦੇਵੇਂਗਾ, ਜ਼ਾਲਮਾਂ ਦੇ ਹਵਾਲੇ ਕਰ ਦੇਵੇਂਗਾ। ਗੁਰਮੁਖੋ, ਇਹ ਮਨ ਵਿੱਚ ਗੱਲਾਂ ਸੋਚਦਾ ਹੋਇਆ ਚੌਧਰੀ ਬਾਬਾ ਨੱਥਾ ਖਹਿਰਾ ਅਜੇ ਘਰ ਦੀਆਂ ਦਹਲੀਜ਼ਾਂ ਦੇ ਅੰਦਰ ਦਾਖਲ ਹੁੰਦਾ ਤੇ ਬਾਲਕ ਰਾਏ ਸਿੰਘ ਨੇ ਉਸ ਵੇਲੇ ਆਪਣੇ ਤਾਏ ਨੂੰ ਵੇਖਿਆ।
ਜਦੋਂ ਚੌਧਰੀ ਬਾਬੇ ਨੱਥੇ ਖਹਿਰੇ ਨੂੰ ਵੇਖਿਆ ਨਾ ਬਾਲਕ ਰਾਏ ਸਿੰਘ ਨੇ, ਉਸ ਵੇਲੇ ਭੱਜ ਕੇ ਆਇਆ, ਘੁੱਟ ਕੇ ਲੱਤਾਂ ਦੇ ਨਾਲ ਚੰਬੜ ਗਿਆ, ਗਲਵੱਕੜੀ ਪਾਲੀ ਹੈ, ਨਾਲ ਹੀ ਕਹਿਣ ਲੱਗਾ ਤਾਇਆ ਜੀ ਆ ਗਏ ਹੋ, ਬੜੇ ਲੰਬੇ ਸਮੇਂ ਤੋਂ ਤੁਹਾਡੀ ਉਡੀਕ ਸੀ। ਜਦੋਂ ਬਾਲਕ ਰਾਏ ਸਿੰਘ ਨੇ ਗੱਲ ਆਖੀ ਹੈ, ਘੁੱਟ ਕੇ ਗਲਵੱਕੜੀ ਵਿੱਚ ਲਿਆਏ ਬਾਲਕ ਰਾਏ ਸਿੰਘ ਨੂੰ ਤੇ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਕਿਸ ਤਰੀਕੇ ਨਾਲ ਚੌਧਰੀ ਬਾਬੇ ਨੱਥੇ ਖਹਿਰੇ ਨੇ ਲਾਡ ਲੜਾਏ ਹਨ। ਢਾਡੀ ਰਤਾਬ ਦੀ ਸੇਵਾ ਚ ਇਹਨਾਂ ਸ਼ਬਦਾਂ ਦੁਆਰਾ ਉਹਦਾ ਰੂਪ ਨਾ ਜਾਏ ਚੱਲਿਆ ਤੇ ਨਿਗਾਹ ਗਈ ਲਲਚਾ ਐਂਦਾ ਜੋਤ ਮੱਥੇ ਦੀ ਵੇਖ ਕੇ ਕਹਿੰਦਾ ਜੋਤ ਮੱਥੇ ਦੀ ਵੇਖ ਕੇ ਚੰਨ ਜਾਵੇ ਸ਼ਰਮਾ ਜੋਤ ਮੱਥੇ ਦੀ ਵੇਖ ਕੇ ਤੇ ਚੜ ਜਾਵੇ ਸ਼ਰਮਾ ਕਹਿੰਦੇ ਨੱਥਾ ਹੰਝੂ ਕੇਰਦਾ ਕਹਿੰਦੇ ਨੱਥਾ ਹੰਝੂ ਕੇਰਦਾ ਤੇ ਘੁੜ ਛਾਤੀ ਨਾਲ ਲਾ ਉਹ ਤਾਂ ਕਹਿੰਦਾ ਦੇਵਾਂ ਬਾਲ ਜੇ ਉਹ ਤਾਂ ਕਹਿੰਦਾ ਦੇਵਾਂ ਬਾਲ ਜੇ ਮੈਂ ਦੁਸ਼ਮਣ ਹੱਥ ਬੜਾ ਮੇਰੇ ਸਿਰੋਂ ਨਾ ਤੇਰੇ ਹੱਥ ਆ ਮੇਰੇ ਸਿਰੋਂ ਨਾ ਤੇਰੇ ਹੱਥ ਆ ਤੇ 68
ਤੀਰਥ ਨਾ ਕਹਿੰਦਾ ਤਿਗ ਮਰਨਾ ਪਟ ਜੀਵਣਾ ਕਹਿੰਦੇ ਤਿਰਗ ਮਰਨਾ ਪੜ ਜੀਵਣਾ ਤੇ ਨਾਲ ਨੂੰ ਵੱਟਾ ਲਾ ਕਹਿੰਦਾ ਬਾਹ ਫੜੀ ਦੀ ਲਾਜ ਜੇ ਕਹਿੰਦਾ ਬਾਹ ਫੜੀ ਦੀ ਲਾਜ ਜੇ ਮੈਂ ਸਿਰ ਨਾ ਧਿਆਨ ਵਾ ਕਹਿੰਦਾ ਸੀਤਲ ਹੋਵਾਂ ਸੁਰਖਰੂ ਕਹਿੰਦਾ ਸੀਤਲ ਹੋਵਾਂ ਸੁਰਖਰੂ ਤੇ ਗੁਰੂ ਨਾਨਕ ਦਰਜਾ ਕਹਿੰਦਾ ਸੀਤਲ ਹੋਵਾਂ ਸੁਰਖਰੂ ਬਾਲਕ ਰਾਏ ਸਿੰਘ ਨੂੰ ਚੌਧਰੀ ਨੱਥੇ ਨੇ ਆਪਣੇ ਮੋਢਿਆਂ ਤੇ ਚੁੱਕਿਆ, ਆਪਣੀ ਹਵੇਲੀ ਦੇ ਅੰਦਰ ਲੈ ਗਏ। ਜਦੋਂ ਆਪਣੇ ਘਰ ਦੇ ਅੰਦਰ ਦਾਖਲ ਹੁੰਦਾ ਹੈ ਔਰ ਉਸ ਵੇਲੇ ਗੁਰਮੁਖ ਚੌਧਰੀ ਬਾਬਾ ਨੱਥਾ ਖਹਿਰਾ ਜੀ ਦਾ ਪੁੱਤਰ ਅੱਗੇ ਹੋ ਕੇ ਮਿਲੇ। ਉਸ ਨੇ ਆਪਣੇ ਛੋਟੇ ਵੀਰ ਬਾਲਕ ਰਾਏ ਸਿੰਘ ਨੂੰ ਵੇਖਿਆ, ਬੜੇ ਪਿਆਰ ਦੇ ਵਿੱਚ ਇੱਕ ਦੂਜੇ ਦੇ ਨਾਲ ਮਿਲਾਪ ਕੀਤਾ ਤੇ ਉਧਰ ਆਪਣੇ ਪਿਤਾ ਦੇ ਚਿਹਰੇ ਵੱਲ ਵੇਖਿਆ ਕਿ ਪਿਤਾ ਦਾ ਚਿਹਰਾ ਮੁਰਝਾਇਆ ਹੋਇਆ। ਪੁੱਛਣ ਲੱਗਾ, ਪਿਤਾ ਜੀ ਕਿਸ ਗੱਲ ਦੀ ਚਿੰਤਾ ਹੈ? ਅੱਗੋਂ ਜਵਾਬ ਦਿੱਤਾ ਗਿਆ ਕਿ ਜ਼ਕਰੀਆ ਖਾਨ ਦੀ ਫੌਜ ਚੜ ਕੇ ਆਈ ਹੈ ਤੇਰੇ ਇਹ ਛੋਟੇ ਵੀਰ ਬਾਲਕ ਰਾਏ ਸਿੰਘ ਨੂੰ ਲੈਣ ਵਾਸਤੇ, ਇਹਨੂੰ ਗ੍ਰਿਫਤਾਰ ਕਰਨ ਵਾਸਤੇ। ਉਹ ਵੈਰੀ ਇਸ ਨੂੰ ਮਾਰ ਕੇ ਖਤਮ ਕਰ ਦੇਣਗੇ। ਮੈਂ ਆਪਣੇ ਭਰਾ ਦੇ ਨਾਲ ਜਿਹੜਾ ਵਾਅਦਾ ਕੀਤਾ, ਜੋ ਉਹਦੇ ਨਾਲ ਬਚਨ ਕੀਤਾ, ਉਸ ਬਚਨ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਬਾਲਕ ਨੂੰ ਮੈਂ ਉਹਨਾਂ ਦੇ ਹੱਥ ਵਿੱਚ ਨਹੀਂ ਦੇ ਸਕਦਾ। ਉਸ ਵੇਲੇ ਇਸ ਚੌਧਰੀ ਬਾਬਾ ਨੱਥਾ ਖਹਿਰਾ ਜੀ ਦੇ ਪੁੱਤਰ ਨੇ ਇਹ ਗੱਲ ਆਖੀ, ਕਹਿਣ ਲੱਗਾ, ਅੱਬਾ ਹਜੂਰ ਜੇਕਰ ਵੈਰੀ ਚੜ ਕੇ ਆਏ ਹਨ ਉਹਨਾਂ ਦੇ ਨਾਲ ਦੋ ਦੋ ਹੱਥ ਕਰਕੇ ਲੜ ਕੇ ਮਰ ਕੇ ਸ਼ਹੀਦ ਹੋ ਜਾਵਾਂਗੇ, ਪਰ ਜੇ ਆਖੋ ਆਪਣੇ ਇਸ ਵੀਰ ਨੂੰ ਉਹਨਾਂ ਦੇ ਹਵਾਲੇ ਕਰਨਾ ਹਰਗਿਜ਼ ਨਹੀਂ ਹੋਵੇਗਾ। ਫਿਰ ਗੁਰਮੁਖ ਅੱਜ ਚੌਧਰੀ ਬਾਬਾ ਨੱਥਾ ਖਹਿਰਾ ਜੀ ਉਹਨਾਂ ਦਾ ਪੁੱਤਰ ਨਾਲ ਇੱਕ ਮਜਬੀ ਸਿੱਖ ਜਿਹੜਾ ਇਹਨਾਂ ਘਰੇ ਕੰਮ ਕਰਦਾ ਹੈ, ਇੱਕ ਨਾਲ ਹੋਰ ਇਹਨਾਂ ਦਾ ਕੰਮ ਹੈ, ਪੰਜਵਾਂ ਇਹਨਾਂ ਦਾ ਭਣੇਵਾ ਹੈ। ਬਾਲਕ ਰਾਏ ਸਿੰਘ ਨੂੰ ਲੈ ਕੇ ਅੱਜ ਪਿੰਡੋਂ ਬਾਹਰ ਨਿਕਲ ਗਏ ਹਨ। ਜਿਸ ਥਾਂ ਤੇ ਤੁਸੀਂ ਅੱਜ ਬੈਠੇ ਹੋ ਇਸ ਥਾਂ ਤੇ ਪਹੁੰਚਦੇ ਨੇ। ਉਧਰੋਂ ਨੂਰਦੀਨ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ। ਹਰ ਭਗਤ ਨਰਜਣੀਆਂ ਦੱਸਦਾ ਹੈ ਕਿ ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਨੱਥਾ ਚੌਧਰੀ ਲੈ ਕੇ ਬਾਲਕ ਰਾਏ ਸਿੰਘ ਨੂੰ ਪਿੰਡ ਤੋਂ ਭੱਜ ਤੁਰਿਆ, ਪਿੰਡੋਂ ਪਾਰ ਚਲਾ ਗਿਆ। ਤੇ ਗੁਰਮੁਖ ਜਦੋਂ ਇਹ ਗੱਲ ਹੋਈ, ਫੌਜਾਂ ਚੜ ਕੇ ਆਈਆਂ। ਜਿਸ ਵੇਲੇ ਫੌਜਾਂ ਚੜ ਕੇ ਆਈਆਂ, ਸਭ ਤੋਂ ਅੱਗੇ ਅੱਜ ਨੰਬਰ ਲੱਗ ਗਿਆ ਰੰਗਲਾ ਦੇ ਟੱਬਰਾਂ ਦਾ। ਸਭ ਤੋਂ ਅੱਗੇ ਹੋਏ ਨੇ ਮੱਸੇ ਰੰਗੜ ਦੇ ਟੱਬਰ ਵਾਲੇ। ਅੱਜ ਨੂਰਦੀਨ ਕਹਿਣ ਲੱਗਾ, ਤੁਹਾਡਾ ਭਰਾ ਮਰਿਆ, ਤੁਸੀਂ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਅੱਗੇ ਵਧੋ। ਜਦੋਂ ਅੱਗੇ ਹੋਏ ਨੇ ਉਸ ਵੇਲੇ ਨੱਥਾ ਚੌਧਰੀ ਨੇ ਚਾੜ ਕੇ ਕਮਾਨੇ ਤੀਰ ਖਿੱਚ ਕੇ ਕੰਨ ਤੱਕ ਤੰਦੀਆਂ। ਜਿਸ ਵੇਲੇ ਤੀਰਾਂ ਨੂੰ ਛੱਡਿਆ, ਅੱਜ ਮੱਸੇ ਰੰਗੜ ਦੇ ਟੱਬਰ ਨੂੰ ਪਰੋ ਕੇ ਧਰਤੀ ਤੇ ਸੁੱਟ ਦਿੱਤਾ। ਜਦੋਂ ਜ਼ਿਆਦਾਤਰ ਮਾਰੇ ਗਏ ਪਿੱਛੇ ਭੱਜੇ ਨੇ। ਨੂਰਦੀਨ ਕਹਿਣ ਲੱਗਾ, ਤੁਸੀਂ ਆ ਬਦਲਾ ਲੈਣ ਵਾਸਤੇ ਆਏ ਸੀ, ਲੈ ਲਿਆ ਬਦਲਾ। ਜੇ ਹੁਣ ਤੁਹਾਡੇ ਕੋਲ ਨਹੀਂ ਸਰਿਆ, ਮੈਂ ਹੀ ਅੱਗੇ ਆਪਣੀਆਂ ਫੌਜਾਂ ਲੈ ਕੇ ਵਧਦਾ ਹਾਂ। ਫਿਰ ਉਸ ਵੇਲੇ ਨੂਰਦੀਨ ਦੀਆਂ ਫੌਜਾਂ ਅੱਗੇ ਵਧੀਆਂ। ਨੱਥਾ ਚੌਧਰੀ ਜੀ ਨੇ ਚਾੜ ਕੇ ਕਮਾਨੇ ਤੀਰ ਛੱਡੇ ਹਨ। ਅਖੀਰ ਤੰਦੀ ਟੁੱਟੀ ਹੈ, ਲੈ ਕੇ ਸ਼ਮਸ਼ੀਰ ਰਣ ਮੈਦਾਨ ਅੰਦਰ ਬਾਲਕ ਰਾਏ ਸਿੰਘ ਨੂੰ ਬਚਾਉਂਦਿਆਂ ਹੋਇਆ ਕਿ ਇਸ ਤਰੀਕੇ ਨਾਲ ਵੈਰੀ ਦੇ ਨਾਲ ਦੋ ਦੋ ਹੱਥ ਚੌਧਰੀ ਨੱਥੇ ਨੇ ਕੀਤੇ ਨੇ। ਢਾਡੀ ਜਤਾਬ ਦੀ ਸੇਵਾ ਚ ਇਹਨਾਂ ਸ਼ਬਦਾਂ ਤੋਂ ਰਹੇ।
ਫੇਰਿਓ ਗੋਲੀਆਂ ਵਰਨ ਲੱਗੀਆਂ ਚ ਫੇਰਿਓ ਗੋਲੀਆਂ ਓ ਜਿਵੇਂ ਭੂਤ ਬਰਸਾਉਣ ਅੰਗਿਆਰ ਉਧਰ ਗੋਠ ਮਾਰ ਬੈਠਾ ਨਥਾ ਸੂਰਮਾ ਉਧਰ ਗੋਠ ਮਾਰ ਬੈਠਾ ਨਥਾ ਸੂਰਮਾ ਓ ਵਾਰ ਕਰੇ ਲਲਕਾਰ ਲਲਕਾਰ ਤੀਰ ਚੱਲੇ ਹੋਏ ਪਲੀ ਦੀ ਕਮਾਨ ਚੋਂ ਤੀਰ ਚੱਲੇ ਹੋਏ ਬਲੀ ਦੀ ਕਮਾਨ ਚੋਂ ਸੁੱਕੇ ਹੋਣ ਸੀਨਿਆਂ ਚੋਂ ਪਾਰ ਕਰ ਸਕੇ ਸਰਜੀਤ ਨਾ ਸੁਨੀਵਨੀ ਕਰ ਸਕੇ ਸੁਰਜੀਤ ਨਾ ਸੰਜੀਵਨੀ ਓ ਜਿਹੜਾ ਟੰਗੇ ਉਹਦੇ ਨਾ ਗਾਏ ਕਵਾਰ ਤੰਦੀ ਆਤਿਆ ਹੋ ਮੇਰੀ ਦਾਦ ਓਏ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਨ ਦੀ ਓ ਦਿੱਤੀ ਲੇਖਣ ਕਵੇਲੇ ਆ ਕੇ ਹਾਰ ਤੰਦੀ ਅੱਧ ਵਿੱਚੋਂ ਟੁੱਟ ਗਈ ਕਮਾਨ ਦੀ ਅੱਧ ਵਿੱਚੋਂ ਟੁੱਟ ਗਈ ਕਮਾਨ ਦੀ ਓ ਦਿੱਤੀ ਲੇਖਣ ਕਵੇਲੇ ਆ ਕੇ ਹਾਰ ਪਰ ਹੌਸਲਾ ਨਾ ਹਾਰਿਆ ਦਲੇਰ ਨੇ ਪਰ ਹੌਸਲਾ ਨਾ ਹਾਰਿਆ ਦਲੇਰ ਨੇ ਓ ਧੂੜੀ ਤੇ ਕੇ ਸੱਤ ਕਰਤਾਰ ਫੇਰ ਹੱਥੋਂ ਹੱਥੀ ਢਾਣੀਆਂ ਜੁੱਟੀਆਂ ਫੇਰ ਹੱਥੋਂ ਹੱਥੀ ਢਾਣੀਆਂ ਜੁੱਟੀਆਂ ਅੱਖਾਂ ਦੇ ਸੀਨਿਆਂ 'ਚ ਆਓ ਸਾਵੇ ਮਾਰ ਅੰਤ ਪਾ ਗਿਆ ਸ਼ਹੀਦੀ ਨੱਥਾ ਸੂਰਮਾ ਅੰਤ ਪਾ ਗਿਆ ਸ਼ਹੀਦੀ ਨੱਥਾ ਸੂਰਮਾ ਓ ਕੋਟ ਲੋਥਾਂ ਵਾਲੇ ਸੀ ਦਲਾਉ ਸਾਰ ਯਾਦ ਰਹਿੰਦੀਆਂ ਰਹਿੰਦੀਆਂ ਨੱਥਾਂ ਸਿਆਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਮੱਥਾਂ ਸਿਆਂ ਤੇਰੀਆਂ ਹਾਂ ਦੀ ਹਾਂ ਵਰਦੀਆਂ ਦਾ ਚੌਧਰੀ ਬਾਬਾ ਨੱਥਾ ਖਹਿਰਾ ਜੀ ਇੱਥੇ ਵੈਰੀਆਂ ਦੇ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਂਦੇ ਨੇ। ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਸੋਹਣ ਸਿੰਘ ਜੀ ਸੀਤਲ ਇੱਥੇ ਇੱਕ ਗੱਲ ਲਿਖਦੇ ਨੇ, ਜਿੰਨੀ ਦੇਰ ਨੱਥਾ ਚੌਧਰੀ ਜੀ ਨੇ ਵੈਰੀਆਂ ਦੇ ਨਾਲ ਮੁਕਾਬਲਾ ਕੀਤਾ, ਬੇਸ਼ੱਕ ਉਹ ਤੀਰ ਚਲਾਉਂਦੇ ਰਹੇ ਨੇ, ਜਿੰਨੀ ਦੇਰ ਤੀਰ ਚਲਾਏ ਨੇ ਤੇ ਬਾਲਕ ਰਾਏ ਸਿੰਘ ਥੱਲਿਓਂ ਚੁੱਕ ਚੁੱਕ ਕੇ ਤੀਰ ਫੜਾਉਂਦਾ ਸੀ। ਜਦੋਂ ਰਣ ਮੈਦਾਨ ਅੰਦਰ ਲੜਦੇ ਨੇ, ਜਿੰਨੀ ਦੇਰ ਜੂਝਦੇ ਰਹੇ ਹਨ ਉਨੀ ਦੇਰ ਬਾਲਕ ਰਾਏ ਸਿੰਘ ਚੌਧਰੀ ਨੱਥਾ ਜੀ ਦੇ ਲੱਤਾਂ ਦੇ ਨਾਲ ਹੀ ਚੰਬੜਿਆ ਰਿਹਾ। ਕਿੰਨਾ ਪਿਆਰ ਹੋਵੇਗਾ ਗੁਰਮੁਖੋ। ਅੱਜ ਚੌਧਰੀ ਬਾਬਾ ਨੱਥਾ ਖਹਿਰਾ ਜੀ ਇਹਨਾਂ ਵੈਰੀਆਂ ਦੇ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਂਦੇ ਨੇ। ਉੱਥੇ ਨਾਲ ਹੀ ਉਹਨਾਂ ਦਾ ਸੁਪੁੱਤਰ ਸ਼ਹੀਦੀ ਜਾਮਾ ਪੀਂਦਾ ਹੈ, ਉੱਥੇ ਉਹਨਾਂ ਦੇ ਦੋ ਕੰਮ ਵੀ ਸ਼ਹੀਦੀ ਜਾਮਾ ਪੀਂਦੇ ਨੇ। ਤੇ ਜਿਸ ਵੇਲੇ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ, ਅੱਜ ਵੈਰੀ ਅੱਗੇ ਵਧੇ ਨੇ। ਉਹਨਾਂ 2 ਵਾਰ ਬਾਲਕ ਰਾਏ ਸਿੰਘ ਦੇ ਕੀਤੇ, ਇੱਕ ਮੋਢੇ ਤੇ ਲੱਗਦਾ, ਦੂਸਰਾ ਗਰਦਨ ਤੇ ਲੱਗਦਾ। ਜਿਹੜਾ ਗਰਦਨ ਤੇ ਵਾਰ ਹੋਇਆ, ਅੱਧੇ ਤੋਂ ਵੱਧ ਗਰਦਨ ਕੱਟੀ ਜਾਂਦੀ ਹੈ, ਸਾਹ ਅੱਗ ਬਚਦੀ ਹੈ। ਅਖੀਰ ਇੱਕ ਕੰਬਾਉਣ ਜਿਹੜੀ
ਸਾਗ ਵੇਚ ਕੇ ਵਾਪਸ ਆਉਂਦੀ ਹੈ। ਜਦੋਂ ਉਸ ਨੇ ਆਉਂਦਿਆਂ ਹੋਇਆ ਵੇਖਿਆ ਇੱਕ ਛੋਟਾ ਜਿਹਾ ਬੱਚਾ ਸਹਿਕ ਰਿਹਾ, ਉਸ ਨੇ ਉਹਨੂੰ ਚੁੱਕਿਆ ਆਪਣੇ ਘਰ ਲੈ ਜਾਂਦੀ ਹੈ, ਜਾ ਕੇ ਉਹਦਾ ਇਲਾਜ ਕੀਤਾ ਜਾਂਦਾ ਹੈ। ਤੇ ਜਿਸ ਵੇਲੇ ਉਹ ਜਵਾਨ ਹੋਇਆ ਤੇ ਉਹਦਾ ਆਨੰਦ ਕਾਰਜ ਹੁੰਦਾ ਹੈ ਤੇ ਉਸ ਦੇ ਘਰ ਵਿੱਚ ਇੱਕ ਪੁੱਤਰ ਜਨਮ ਲੈਂਦਾ ਜਿਹਦਾ ਨਾਂ ਸਰਦਾਰ ਰਤਨ ਸਿੰਘ ਭੰਗੂ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਦੇ ਜੋ ਰਚੇਤਾ ਹਨ, ਸਿੱਖ ਕੌਮ ਦੇ ਅੰਦਰ ਉਹਨਾਂ ਨੇ ਇਤਿਹਾਸ ਨੂੰ ਬਹੁਤ ਹੀ ਪੜਚੋਲ ਕਰਕੇ ਸਿੱਖ ਇਤਿਹਾਸ ਸਾਡੇ ਸਾਹਮਣੇ ਰੱਖਿਆ ਹੈ। ਫਿਰ ਗੁਰਮਖੋ ਉਸ ਪਰਿਵਾਰ ਦੇ ਅੰਦਰ ਇਸ ਵਿਦਵਾਨ ਦਾ ਜਨਮ ਹੁੰਦਾ ਹੈ, ਜਿਨ੍ਹਾਂ ਦੀ ਅੱਜ ਅਸੀਂ ਸਾਰੇ ਸ਼ਹਾਦਤ ਨੂੰ ਯਾਦ ਕਰਨ ਵਾਸਤੇ ਇਕੱਤਰ ਹੋਏ ਹਾਂ। ਬਹੁਤ ਸਨਮਾਨਯੋਗ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਭੰਗੂ ਮੀਰਾਂਕੋਟ, ਭਾਈ ਸਾਹਿਬ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ, ਚੌਧਰੀ ਬਾਬਾ ਨੱਥਾ ਖਹਿਰਾ ਜੀ, ਸਾਰਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਇੱਕ ਵਾਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹਨਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਾ ਹੋਇਆ ਆਪ ਸੰਗਤ ਪਾਸੋਂ ਖਿਮਾ ਦਾ ਜਾਚਕ ਹਾਂ। ਜੋ ਸਮਾਂ ਦਾਸਰਿਆਂ ਨੂੰ ਮਿਲਿਆ ਸੀ ਸਮਾਂ ਸਮਾਪਤ ਹੋ ਚੁੱਕਾ ਹੈ। ਗੁਰਮੁਖੋ ਬੇਅੰਤ ਸੰਗਤਾਂ ਵੱਲੋਂ ਦਾਸਰਿਆਂ ਦਾ ਮਾਣ ਕੀਤਾ ਗਿਆ ਹੈ। ਸਤਿਗੁਰ ਸਭਨਾਂ ਦੇ ਨਾਮ ਆਪ ਜਾਣਦੇ ਹਨ। ਹਾਜ਼ਰੀ ਦਰ ਪ੍ਰਵਾਨਕਨ ਵੀਰ ਲਖਬੀਰ ਸਿੰਘ ਜੀ ਜੋ ਇਸ ਗੁਰਦੁਆਰਾ ਸਾਹਿਬ ਪਹਿਲਾਂ ਸੇਵਾ ਕਰਕੇ ਗਏ, ਉਹਨਾਂ ਵੱਲੋਂ ਵੀ ਮਾਣ ਆਇਆ ਸੀ। ਗਿਆਨੀ ਗੁਰਮੁਖ ਸਿੰਘ ਜਿਨ੍ਹਾਂ ਨੇ ਦਰ ਘਰ ਦੀ ਹਾਜ਼ਰੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰੀ ਭਰਵਾਈ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਕੋਟਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਕੀ ਸਮੁੱਚੀ ਸੰਗਤ ਦਾ, ਗੁਰੂ ਘਰ ਦੇ ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਆਪ ਸਭ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾਏ ਹਨ। ਆਓ ਗੁਰਮਖੋ ਜਿਹੜੇ ਦਿੱਲੀ ਦੀ ਧਰਤੀ ਤੇ ਜਾਗਦੀ ਜ਼ਮੀਰ ਵਾਲੇ ਸਾਰੇ ਰਲ ਕੇ ਬੈਠੇ ਆ ਨਾ, ਜਿਹੜਾ ਜਰਵਾਣਾ ਹੰਕਾਰਿਆ ਬੈਠਾ ਹੈ ਤੇ ਉਹਨਾਂ ਜਾਗਦੀ ਜ਼ਮੀਰਾਂ ਵਾਲਿਆਂ ਨੇ ਉਹਦੀ ਛਾਤੀ ਤੇ ਡੇਰੇ ਲਾਏ ਦੀ ਹਿੱਕ ਤੇ ਬੈਠੇ ਆ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਤੇ ਤੁਹਾਡੀ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਵਾਰ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਵਾਰ ਫੇਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ। ਆਉਣ ਵਾਲੇ ਜਥੇ ਨੂੰ ਜੀ ਆਇਆਂ। ਹੋਈ ਭੁੱਲ ਚੁੱਕ ਦੀ ਖਿਮਾ ਦਿਓ, ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।